औरत भी खरीदी जा सकती है, बस खरीददार होना चाहिए। बजुर्ग औरत बोलती है, साडी ਜ਼ਮੀਨ ਜਾਇਦਾਦ ਸਭ ਰੱਖ, ਕਬਜ਼ਾ ਕਰ ਜਾਂ ਕਰਵਾ। ਸਾਨੂੰ ਜ਼ਮੀਨ ਨਾਲ ਪੈਸਾ ਕੁਝ ਨਹੀਂ ਚਾਹੀਦਾ। ਅਸੀਂ ਵਾਪਸ ਕੈਨੇਡਾ ਜਾ ਰਹੇ ਹਾਂ, ਪਰ ਯਾਦ ਰੱਖੀ ਕਿ ਜਿਹੜੇ ਹੱਥਾਂ ਦੀਆਂ ਤਲੀਆਂ 'ਤੇ ਤੂੰ ਕੁਦਰਤ ਨੂੰ ਖਿਡਾਉਣ ਨਚਾਉਣ ਦੀਆਂ ਗੱਲਾਂ ਕਰਦਾ ਹੈ, ਉਹੀ ਹਥੇਲੀਆਂ ਵਾਲੇ ਹੱਥ ਤੇਰੇ ਮੂੰਹ ਲਈ ਇੱਕ ਦਿਨ ਥੱਪੜ ਬਣ ਜਾਣਗੇ। ਯਾਦ ਰੱਖੀ ਕੁਦਰਤ ਦੇ ਥੱਪੜ। ਬਹੁਤ ਪਛਤਾਏਂਗਾ ਤੂੰ, ਕੁਦਰਤ ਨੂੰ ਮਜ਼ਾਕ ਸਮਝਣ ਵਾਲਿਆ, ਤੂੰ ਇੱਕ ਦਿਨ ਬਹੁਤ ਪਛਤਾਏਂਗਾ। ਚਲੋ ਜੀ। ਪੋਤੇ ਨੂੰ ਬੁੱਕਲ ਵਿੱਚ ਲੁਕਾਉਂਦੀ ਬਜ਼ੁਰਗ ਔਰਤ ਆਪਣੇ ਪਤੀ ਨੂੰ ਘਰ ਚੱਲਣ ਲਈ ਕਹਿ ਕੇ ਉੱਠਦੀ ਹੈ। ਬਜ਼ੁਰਗ ਵੀ ਉੱਠ ਖੜ੍ਹਾ ਹੁੰਦਾ ਹੈ। ਉਹ ਤੁਰਨ ਲੱਗਿਆ ਜਰਾ ਰੁਕਦਾ, ਭਰੇ ਮਨ ਨਾਲ ਬੋਲਦਾ, ਅਸੀਂ ਵਿਦੇਸ਼ਾਂ ਦੀ ਧਰਤੀ 'ਤੇ ਬੈਠੇ ਆਪਣੀ ਇਸ ਧਰਤੀ ਦੀ ਸੁੱਖ ਮੰਗਦੇ ਹਾਂ। ਆਪਣੇ ਭਾਈਚਾਰੇ ਸਮੇਤ ਇਸ ਧਰਤੀ 'ਤੇ ਵੱਸਦੇ ਹਰ ਜੀਵ ਜੰਤੂ, ਕੱਚੇ ਪੱਕੇ ਉੱਚੇ ਨੀਵੇਂ ਰਸਤਿਆਂ ਦੀ ਵੀ ਸੁੱਖ ਮੰਗਦੇ ਹਾਂ। ਜਿੱਥੇ ਪਲੇ ਖੇਡੇ ਹਾਂ, ਇਸ ਧਰਤੀ ਦੀ ਪ੍ਰਦੂਸ਼ਿਤ ਹੋ ਰਹੀ ਕੁੱਖ, ਪਾਣੀ, ਹਵਾ, ਵਾਤਾਵਰਨ ਦੇ ਸ਼ੁੱਧ ਹੋਣ ਦੀ ਅਰਦਾਸ ਕਰਦੇ ਹਾਂ। ਪਰ ਤੇਰੇ ਜਿਹੇ ਕੁਝ ਲੋਕ ਜਿਨ੍ਹਾਂ ਦੀ ਸੋਚ ਹੀ ਪ੍ਰਦੂਸ਼ਿਤ ਹੋ ਗਈ, ਉਹਨਾਂ ਲਈ ਕਿਹੜੀ ਅਰਦਾਸ ਕਰੀਏ। ਬਸ ਇਹੀ ਸਮਝ ਤੋਂ ਬਾਹਰ ਹੈ। ਖੈਰ, ਰੱਬ ਖੈਰ ਕਰੇ। ਇਸ ਅਰਦਾਸ ਲਈ ਵੀ ਵਾਹਿਗੁਰੂ ਸੋਝੀ ਬਖਸ਼ੂ, ਕਿਉਂਕਿ ਇਸ ਦੀ ਸੋਚ ਵੀ ਉਸੇ ਨੂੰ ਹੀ ਹੈ ਜਿਨ੍ਹਾਂ ਨੇ ਸਦੀਆਂ ਹੀ ਲਾ ਦਿੱਤੀਆਂ ਮਨੁੱਖ ਦੀ ਸੋਚ ਨੂੰ ਉੱਚਾ ਚੁੱਕਣ ਲਈ, ਇਨਸਾਨ ਨੂੰ ਇਨਸਾਨੀਅਤ ਦਾ ਸਬਕ ਸਿਖਾਉਣ ਲਈ। ਪਰ ਦੁੱਖ ਹੈ ਕਿ ਲਾਲਚ ਸਵਾਰਥ ਮਨੁੱਖ ਨੂੰ ਫਿਰ ਕਿੰਨਾ ਪਿਛਾਂਹ ਲੈ ਗਿਆ। ਬਾਬੇ ਨਾਨਕ ਦੇ ਚਾਨਣ ਵੰਡਣ ਤੋਂ ਪਹਿਲਾਂ ਦੇ ਘੁੱਪ ਹਨੇਰੇ ਵਾਲੇ ਕੂੜ ਝੂਠ ਦੇ ਕਾਲੇ ਖੂਹ ਵੱਲ। ਬਜ਼ੁਰਗ ਜੋੜੇ ਆਪਣੇ ਪੋਤੇ ਨੂੰ ਲੈ ਕੇ ਜਿਉਂ ਹੀ ਬਾਹਰ ਜਾਣ ਲੱਗਦੇ ਹਨ, ਪਵਿੱਤਰ ਗੁੱਸੇ ਨਾਲ ਅੱਖਾਂ ਬੰਦ ਕਰ ਲੈਂਦਾ, ਘੰਟੀ ਮਾਰਦਾ, ਪਾਣੀ ਮੰਗਦਾ। ਬਾਹਰ ਖੜੀ ਜੋਤੀ ਤੁਰੇ ਜਾਂਦੇ ਜੋੜੇ ਤੇ ਉਹਨਾਂ ਦੇ ਮਾਸੂਮ ਬੱਚੇ ਵੱਲ ਦੇਖਦੀ ਹੈ। ਬੱਚੇ ਦੇ ਮਾਸੂਮ ਜਿਹੇ ਚਿਹਰੇ 'ਤੇ ਪੁਲਿਸ ਥਾਣੇ ਦੀਆਂ ਕੰਧਾਂ ਦਾ ਵੀ ਡਰ ਪਿਆ ਮਾਲੂਮ ਹੁੰਦਾ। ਬਜ਼ੁਰਗ ਜੋੜੇ ਦੇ ਹੱਥ ਬੱਚੇ 'ਤੇ ਇਸ ਤਰ੍ਹਾਂ ਟਿਕੇ ਹਨ ਜਿਵੇਂ ਕੋਈ ਪੰਛੀ ਕਿਸੇ ਖੂੰਖਾਰ ਪੰਛੀ ਤੋਂ ਆਪਣੇ ਬੱਚੇ ਨੂੰ ਬਚਾਉਣ ਲਈ ਆਪਣੇ ਖੰਭਾਂ ਵਿੱਚ ਉਹਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੋਵੇ। ਅੰਦਰ ਪਵਿੱਤਰ ਸਿੰਘ ਜਦੋਂ ਅੱਖਾਂ ਖੋਲ੍ਹਦਾ ਤਾਂ ਦੇਖਦਾ ਅੱਗੇ ਜੋਤੀ ਖੜੀ ਮੁਸਕਰਾ ਰਹੀ ਹੈ। ਹੈਰਾਨ ਹੋ ਜਾਂਦਾ। ਪਾਣੀ ਦੇ 2 ਗਲਾਸ ਅੱਗੇ ਆ ਜਾਂਦੇ ਹਨ। ਪਾਣੀ ਦਾ ਗਲਾਸ ਚੁੱਕਣ ਦੀ ਉਹਦੀ ਹਿੰਮਤ ਨਹੀਂ ਪੈਂਦੀ। ਜੋਤੀ ਨੇ ਸਭ ਕੁਝ ਦੇਖ ਸੁਣ ਲਿਆ ਸੀ, ਪਰ ਉਹ ਚਾਹੁੰਦੀ ਸੀ ਕਿ ਪਵਿੱਤਰ ਇਹ ਜਾਣ ਨਾ ਸਕੇ। ਸਭ ਕੁਝ ਸੁਣੇ ਤੋਂ ਅਣਜਾਣ ਬਣਨ ਦੀ ਐਕਟਿੰਗ ਕਰਦੀ ਉਹ ਬੋਲੀ, ਕਿਉਂ ਇੰਸਪੈਕਟਰ ਸਾਹਿਬ, ਕੋਈ ਛਾਪਾ ਪੈ ਗਿਆ? ਬੜੇ ਘਬਰਾਏ ਲੱਗਦੇ ਹੋ ਜਾਂ ਆਪਣੀ ਪਤਨੀ ਨੂੰ ਦੇਖ ਕੇ ਡਰ ਗਏ ਹੋ? ਫਿਰ ਇੰਸਪੈਕਟਰੀ ਦਾ ਰੋਹਬ ਲੋਕਾਂ 'ਤੇ ਕੀ ਮਾਰਦੇ ਹੋਵਾਂਗੇ? ਤੂੰ ਜੋਤੀ ਕਦੋਂ ਆਈ? ਕਾਹਦਾ ਆਈ? ਘੰਟੇ ਦੀ ਬਾਹਰ ਖੜੀ ਦੇਖਦੀ ਹਾਂ ਕਿ ਕਦ ਆਵਾਜ਼ ਮਾਰਨਗੇ। ਖੜੀ ਖੜੀ ਸੁੱਕ ਗਏ। ਪਰ ਹਾਂ, ਸੁੱਕੀ ਵੀ ਨਹੀਂ, ਮੈਂ ਤਾਂ ਅੱਜ ਦੀ ਸ਼ਾਪਿੰਗ ਵਿੱਚ ਰੁੱਝੀ ਪਈ ਸੀ। ਸੋਚਦੀ ਸੀ ਕਿ ਅੱਜ ਸਾਹਿਬ ਨੂੰ ਜ਼ਬਰਦਸਤੀ ਬਾਜ਼ਾਰ ਲਿਜਾ ਕੇ ਕਿਹੜੇ ਨਵੇਂ ਡਿਜ਼ਾਈਨ ਦੇ ਪਾਰਟੀ ਵੀਅਰ ਸੂਟ ਖਰੀਦਾਂ। ਕੁਝ ਸਮਝ ਹੀ ਨਹੀਂ ਆ ਰਹੀ ਸੀ। ਖੜੀ ਇੱਥੇ ਸੀ, ਘੁੰਮ ਬਾਜ਼ਾਰ ਵਿੱਚ ਰਹੀ ਸੀ। ਤੂੰ ਸੰਤਰੀ ਨੂੰ ਕਹਿ ਦੇਣਾ ਸੀ। ਮੈਂ ਸੋਚਿਆ ਕਿ ਮੇਰੇ ਸਾਹਿਬ ਨੂੰ ਆਪਣੀ ਮੀਟਿੰਗ ਕਰ ਹੀ ਲੈਣ ਦੇ, ਵਿਹਲੇ ਹੋਏ ਨੂੰ ਕੰਨੋਂ ਫੜ ਕੇ ਲੈ ਜਾਵਾਂਗੀ। ਬਸ ਹੁਣ ਮੇਰੀ ਵਾਰੀ ਹੈ, ਮੇਰੇ ਨਾਲ ਮੀਟਿੰਗ ਹੈ, ਉਹ ਵੀ ਸਰੇ ਬਾਜ਼ਾਰ। ਪਵਿੱਤਰ ਨੂੰ ਕੁਝ ਰਾਹਤ ਹੋਈ ਕਿ ਚਲੋ ਜੋਤੀ ਤੋਂ ਤਾਂ ਬਚ ਗਏ। ਠੰਡਾ ਪਾਣੀ ਪੀ ਕੇ ਉਸਦਾ ਦਿਮਾਗ ਵੀ ਕੁਝ ਠੰਡਾ ਹੋ ਗਿਆ। ਹਾਂ, ਹੁਣ ਦੱਸ ਫਿਰ ਅਚਾਨਕ ਸਰਕਾਰਾਂ ਕਿਵੇਂ ਆਈਆਂ? ਮੇਰਾ ਮਨ ਘਰ ਲੱਗ ਨਹੀਂ ਰਿਹਾ ਸੀ। ਸੋਚਿਆ ਕਿ ਬਾਜ਼ਾਰ ਹੀ ਹੋ ਆਵਾਂ, ਪਰ ਬਾਜ਼ਾਰ ਵੀ ਇਕੱਲੀ ਕੀ ਕਰਦੀ। ਜੇਕਰ ਤੁਸੀਂ ਫ੍ਰੀ ਹੋਏ ਫਿਰ ਇਕੱਠੇ ਹੀ ਬਾਜ਼ਾਰ ਚੱਲਾਂਗੇ, ਕੁਝ ਖਾਵਾਂਗੇ ਪੀਵਾਂਗੇ, ਮਸਤੀ ਕਰਾਂਗੇ। ਇਕੱਲੀ ਜਾਵਾਂਗੀ, ਗੱਲ ਨਹੀਂ ਬਣਨੀ। ਤੁਸੀਂ ਹੋਵੋਗੇ ਫਿਰ ਰੋਹਬ ਹੀ ਹੋਰ ਹੋ ਜਾਂਦਾ ਵਰਦੀ ਦਾ। ਉਹ ਕਹਿ ਕੇ ਹੱਸਦੀ ਹੈ। ਪਵਿੱਤਰ ਵੀ ਉਸ ਦੇ ਨਾਲ ਹੱਸਣ ਲੱਗਦਾ। ਠੀਕ ਹੈ, ਫਿਰ ਜਿਵੇਂ ਸਰਕਾਰ ਦੀ ਮਰਜ਼ੀ। ਅਸੀਂ ਤਾਂ ਮੁਲਾਜ਼ਮ ਬੰਦੇ ਹਾਂ, ਚੱਲਣਾ ਤਾਂ ਸਰਕਾਰ ਦੀ ਮਰਜ਼ੀ ਨਾਲ ਹੀ ਪੈਂਦਾ। ਕਦੇ ਉੱਪਰਲੀ ਸਰਕਾਰ ਦੀ ਹਕੂਮਤ ਅਤੇ ਕਦੇ ਘਰ ਵਾਲੀ ਸਰਕਾਰ ਦੀ ਹਕੂਮਤ। ਦੋਵੇਂ ਹੱਸਦੇ ਹਨ
ਪਵਿੱਤਰ ਆਪਣੇ ਅੰਦਰ ਦੀ ਗੱਲ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ। ਜੋਤੀ ਵੀ ਆਪਣੇ ਅੰਦਰ ਦੇ ਉੱਠ ਰਹੇ ਤੂਫਾਨ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਥੋੜ੍ਹੀ ਦੇਰ ਬਾਅਦ ਹੀ ਦੋਵੇਂ ਗੱਡੀ ਵਿੱਚ ਸਵਾਰ ਹੋ ਬਾਜ਼ਾਰ ਨੂੰ ਜਾਂਦੇ ਹਨ। ਖਰੀਦਦਾਰੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਮਨ ਦੋਵਾਂ ਦਾ ਕਿਤੇ ਹੋਰ ਫਿਰਦਾ ਹੈ। ਮਨ ਦੇ ਅੰਦਰ ਦੀ ਟੁੱਟ ਭੱਜ ਨੂੰ ਛੁਪਾਉਣ ਲਈ ਦੋਵੇਂ ਕੋਸ਼ਿਸ਼ ਕਰਦੇ ਹਨ। ਜੋਤੀ ਅੱਜ ਪਵਿੱਤਰ ਦੇ ਅਸਲੀ ਚਿਹਰੇ ਨੂੰ ਪਹਿਚਾਣ ਗਈ ਸੀ। ਪੈਸੇ ਦੀ ਖਾਤਰ ਤਾਂ ਸਭ ਹੱਦਾਂ ਪਾਰ ਕਰਦੇ ਨੂੰ ਉਹ ਪਹਿਲਾਂ ਹੀ ਜਾਣਦੀ ਸੀ, ਪਰ ਅੱਜ ਬੱਚੇ ਦੀ ਖਾਤਰ ਉਹ ਉਸ ਨੂੰ ਵੀ ਦੁਰਕਾਰ ਸਕਦਾ ਹੈ। ਇਸ ਹੱਦ ਤੱਕ ਡਿੱਗਦੇ ਨੂੰ ਚਾਹੇ ਉਹ ਗੇਟ ਦੇ ਬਾਹਰੋਂ ਖੜੀ ਸੁਣ ਚੁੱਕੀ ਸੀ, ਪਰ ਗੇਟ ਦੇ ਅੰਦਰ ਦਫ਼ਤਰ ਦੀਆਂ ਦੀਵਾਰਾਂ ਵਿੱਚ ਉਸ ਦੀ ਭਿਆਨਕਤਾ ਦੀ ਹੱਦ ਪਾਰ ਕਰਦੀ ਕਰੂਰ ਰੂਹ ਉਸ ਨੂੰ ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਦਾ ਮਜ਼ਾਕ ਉਡਾਉਂਦੀ ਉਸ ਨੂੰ ਕੰਬਣੀ ਛੇੜ ਰਹੀ ਸੀ। ਬੜੀ ਮੁਸ਼ਕਲ ਨਾਲ ਉਸ ਥਾਣੇ ਵਿੱਚ ਉਹ ਆਪਣੀਆਂ ਕੰਮ ਦੀਆਂ ਲੱਤਾਂ ਦੇ ਸਹਾਰੇ ਖੜ ਰਹੀ ਸੀ। ਹੁਣ ਵੀ ਉਸ ਦੇ ਕੰਨਾਂ ਵਿੱਚ ਪਵਿੱਤਰ ਦੇ ਬੋਲੇ ਸ਼ਬਦ ਗੂੰਜ ਰਹੇ ਸਨ। ਦੂਜੇ ਪਾਸੇ ਪਵਿੱਤਰ ਨੂੰ ਪੁਲਿਸ ਦੀ ਨੌਕਰੀ ਦੌਰਾਨ ਅੱਜ ਪਹਿਲੀ ਵਾਰ ਕਿਸੇ ਨੇ ਉਸ ਦੇ ਹੀ ਥਾਣੇ ਵਿੱਚ ਅੰਦਰ ਤੱਕ ਝੰਜੋੜਿਆ ਸੀ। ਹਰਜੀਤ ਤਾਂ ਉਸ ਨੂੰ ਸਮਝਾਉਂਦਾ ਹੀ ਹੁੰਦਾ ਸੀ, ਪਰ ਇਸ ਬਜ਼ੁਰਗ ਮਾਤਾ ਨੇ ਤਾਂ ਉਸ ਨੂੰ ਬਦ ਅਸੀਸ ਦੇ ਕੇ ਕੁਦਰਤ ਦੀ ਪ੍ਰਕੋਪੀ ਦਾ ਸ਼ੀਸ਼ਾ ਹੀ ਦਿਖਾ ਦਿੱਤਾ ਸੀ। ਉਹ ਪਹਿਲੀ ਵਾਰ ਡਰਿਆ ਸੀ ਕਿ ਜੇਕਰ ਜੋਤੀ ਸਿੱਧੀ ਅੰਦਰ ਆ ਜਾਂਦੀ ਫਿਰ ਕੀ ਹੁੰਦਾ। ਸਾਰੀ ਕਹਾਣੀ ਵਿਗੜ ਜਾਂਦੀ, ਪਰ ਉਹ ਫਿਰ ਵੀ ਜਿੱਥੇ ਕੁਝ ਦੁਖੀ ਹੈ ਉੱਥੇ ਚਤੁਰ ਦਿਮਾਗ ਦੇ ਅੰਦਰੋਂ ਫੁੱਟ ਰਹੀ ਖੁਸ਼ੀ ਨੂੰ ਵੀ ਮਹਿਸੂਸ ਕਰ ਰਿਹਾ ਕਿ ਉਹ ਬਜ਼ੁਰਗ ਜੋੜਾ ਭਾਵੇਂ ਬੁਰਾ ਭਲਾ ਬੋਲ ਹੀ ਗਏ, ਪਰ ਉਸ ਨੂੰ ਯਕੀਨ ਹੋ ਗਿਆ ਕਿ ਉਹ ਹੁਣ ਆਪਣੀ ਪ੍ਰਾਪਰਟੀ ਲੈਣ ਲਈ ਬਹੁਤਾ ਛਟਪਟਾਉਣਗੇ ਨਹੀਂ। ਕਰੋੜਾਂ ਦੀ ਪ੍ਰਾਪਰਟੀ ਤੇ ਬਣੇ ਮੰਤਰੀ ਦੇ ਕਬਜ਼ੇ ਵਿੱਚੋਂ ਉਸ ਨੂੰ ਮਿਲਣ ਵਾਲੀ ਹਿੱਸੇਦਾਰੀ ਪੱਕੀ ਹੋ ਗਈ ਹੈ। ਉਹ ਮੰਤਰੀ ਨੂੰ ਖੁਸ਼ਖਬਰੀ ਦੇਣਾ ਚਾਹੁੰਦਾ ਸੀ, ਪਰ ਉਸ ਬਜ਼ੁਰਗ ਜੋੜੇ ਵੱਲੋਂ ਬਣਾਈ ਕੁਪੱਤ ਹਾਲੇ ਉਸ ਦਾ ਪਿੱਛਾ ਨਹੀਂ ਛੱਡ ਰਹੀ ਸੀ। ਜੋਤੀ ਦਾ ਮਨ ਵੀ ਬਾਜ਼ਾਰ ਵਿੱਚ ਨਹੀਂ ਲੱਗ ਰਿਹਾ ਸੀ। ਉਹ ਵੀ ਥੋੜ੍ਹੀ ਬਹੁਤੀ ਖਰੀਦਦਾਰੀ ਕਰਕੇ ਘਰ ਚੱਲਣ ਨੂੰ ਕਹਿਣ ਲੱਗ ਪਈ। ਪਵਿੱਤਰ ਉਸ ਨੂੰ ਘਰ ਛੱਡਣ ਲਈ ਚੱਲ ਪਿਆ। ਪਵਿੱਤਰ ਜੋਤੀ ਨੂੰ ਘਰ ਛੱਡ ਵਾਪਸ ਡਿਊਟੀ 'ਤੇ ਚਲਾ ਗਿਆ। ਜੋਤੀ ਅੰਦਰ ਜਾ ਬੈੱਡ 'ਤੇ ਡਿੱਗ ਪਈ। ਦਿਲ ਖੋਲ੍ਹ ਕੇ ਰੋਈ। ਉਹ ਰੋ ਰੋ ਕੇ ਥੱਕ ਗਈ ਸੀ। ਪਵਿੱਤਰ ਦੇ ਬੋਲਾਂ ਨੇ ਉਸ ਨੂੰ ਪਵਿੱਤਰ ਤੋਂ ਦੂਰ ਕਰ ਦਿੱਤਾ ਸੀ। ਉਸ ਦੀ ਪਰਵਾਹ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਜਿਸ ਲਈ ਉਹ ਉਸ ਦੇ ਦਫ਼ਤਰ ਗਈ, ਉਸ ਨੇ ਹੀ ਉਸ ਨੂੰ ਆਪਣਾ ਰਾਹ ਅਲੱਗ ਚੁਣਨ ਲਈ ਮੌਕਾ ਦੇ ਦਿੱਤਾ। ਦੂਸਰੇ ਉਸ ਬਜ਼ੁਰਗ ਜੋੜੇ ਦੀ ਬਦ ਅਸੀਸ ਨੇ ਉਸ ਨੂੰ ਅੰਦਰ ਤੱਕ ਹਿਲਾ ਦਿੱਤਾ। ਉਹ ਸੋਚਣ ਲੱਗੀ ਕਿ ਇਹੋ ਜਿਹਾ ਆਦਮੀ ਨਾ ਕਦੇ ਚੰਗਾ ਪਤੀ ਨਾ ਹੀ ਪਿਤਾ ਬਣ ਸਕਦਾ। ਫਿਰ ਉਹ ਕਿਉਂ ਇਹੋ ਜਿਹੇ ਆਦਮੀ ਦੀ ਪਰਵਾਹ ਕਰਕੇ ਖੁਦ ਉਸ ਹੱਥੋਂ ਬੇਇੱਜ਼ਤ ਹੋਵੇ ਜੋ ਬੱਚੇ ਲਈ ਮੇਰੇ ਹੋਣ ਦੇ ਬਾਵਜੂਦ ਵੀ ਹੋਰ ਉਮੀਦਾਂ ਲਾਉਣ ਬਾਰੇ ਵੀ ਸੋਚ ਸਕਦਾ ਹੋਵੇ। ਆਪਣੇ ਆਪ 'ਤੇ ਹੰਕਾਰ ਕਰਨ ਵਾਲਾ, ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਦੀ ਬਜਾਏ ਸਿਰਫ ਧੱਕੜ ਇੱਕ ਪਾਸੜ ਫੈਸਲੇ ਕਰਨ ਵਾਲਾ ਖੁਦਗਰਜ਼ ਇਨਸਾਨ ਹੈ ਪਵਿੱਤਰ। ਜੋਤੀ ਨੇ ਹੰਝੂ ਪੂੰਝੇ, ਮੂੰਹ ਸਾਫ਼ ਕੀਤਾ, ਉੱਠ ਖੜੀ ਹੋਈ ਫਰੈਸ਼ ਹੋਣ ਲਈ। ਥੋੜ੍ਹੇ ਸਮੇਂ ਬਾਅਦ ਹੀ ਉਹ ਤਰੋ ਤਾਜ਼ਾ ਹੋ ਗਈ। ਉਸ ਨੂੰ ਪਤਾ ਸੀ ਕਿ ਪਵਿੱਤਰ ਨੇ ਲੇਟ ਆਉਣਾ ਹੈ। ਉਸ ਦੇ ਖੁੱਲ੍ਹੇ ਛੱਡੇ ਵਾਲ ਉਸ ਦੇ ਤਰੋ ਤਾਜ਼ਾ ਹੋਏ ਚਿਹਰੇ ਨਾਲ ਕਾਲੀਆਂ ਘਟਾਵਾਂ ਵਿੱਚ ਲੁਕਣ ਮੀਚੀ ਖੇਡਦੇ ਚੰਨ ਵਾਂਗ ਚਿਹਰਾ ਕਦੇ ਲੁਕੋ ਲੈਂਦੇ ਤੇ ਕਦੇ ਝਾਤੀ ਮਰਵਾਉਂਦੇ ਸਨ। ਉਸ ਨੇ ਰਸੋਈਏ ਨੂੰ ਆਵਾਜ਼ ਮਾਰੀ, 2 ਪੈਗ ਬਣਾਉਣ ਲਈ ਕਿਹਾ। ਪੈਗ ਬਣ ਗਏ। ਡਰਦੇ ਡਰਾਉਂਦੇ ਥੋੜ੍ਹਾ ਜਿਹਾ ਨਾ ਨੁੱਕਰ ਕਰਦੇ ਰਸੋਈਏ ਨੇ ਪੈਗ ਅੰਦਰ ਸੁੱਟ ਲਿਆ। ਫਿਰ 2 ਪੈਗ ਹੋਰ ਬਣੇ। ਬੇਝਿਜਕ ਹੋ ਕੇ ਪੈਗ ਪੀਤੇ ਗਏ। ਜੋਤੀ ਨੇ ਰਸੋਈਏ ਨੂੰ ਬੇਡਰ ਬੇਝਿਜਕ ਹੋ ਕੇ ਪੈਗ ਟਕਰਾਉਣ ਲਈ ਹੱਲਾਸ਼ੇਰੀ ਦਿੱਤੀ। ਦੋਵੇਂ ਨਸ਼ੇ ਦੇ ਸਰੂਰ ਵਿੱਚ ਹੋ ਗਏ। ਇਸ ਟਾਈਮ ਅਦਾਲਤ ਦੇ ਕਟਹਿਰੇ ਵਿੱਚ ਖੜੀ ਜੋਤੀ ਜੱਜ ਸਾਹਿਬ ਨੂੰ ਨੀਵੀਂ ਪਾ ਕੇ ਕਹਿਣ ਲੱਗੀ, ਜੱਜ ਸਾਹਿਬ, ਮੈਂ ਆਪਣੀ ਜ਼ਮੀਰ ਨੂੰ ਖੋਟਾ ਕਰ ਦਿੱਤਾ। ਉਸ ਨਸ਼ੇ ਦੀ ਆੜ ਵਿੱਚ ਮੈਂ ਆਪਣੀ ਆਤਮਾ ਦੀ ਆਵਾਜ਼ ਭੁੱਲ ਗਈ। ਮਾਂ ਬਣਨ ਲਈ ਮੈਂ ਆਪਣੀ ਹਰ ਮਰਿਆਦਾ ਪਾਰ ਕਰ ਗਈ। ਜੋਤੀ ਨੇ ਹੱਥਾਂ ਨਾਲ ਮੂੰਹ ਢੱਕ ਲਿਆ। ਪਵਿੱਤਰ ਕੁਰਲਾਇਆ। ਜੋਤੀ, ਨਹੀਂ ਨਹੀਂ,
ਨਹੀਂ ਜੋਤੀ, ਕਹਦੇ ਇਹ ਸਭ ਝੂਠ ਹੈ, ਸਭ ਝੂਠ ਹੈ। ਇੱਕ ਜ਼ਖਮੀ ਸ਼ੇਰ ਦੀ ਤਰ੍ਹਾਂ ਪਵਿੱਤਰ ਬੇਬਸ ਮਜਬੂਰ ਇੱਕ ਜ਼ਖਮੀ ਸ਼ੇਰ ਦੀ ਤਰ੍ਹਾਂ ਝਿਹਾੜ ਰਿਹਾ ਸੀ, ਕੁਰਲਾ ਰਿਹਾ ਸੀ। ਨਹੀਂ ਨਹੀਂ ਜੋਤੀ, ਕਹਦੇ ਇਹ ਸਭ ਝੂਠ ਹੈ। ਉਹ ਅਦਾਲਤ ਦੇ ਕਟਹਿਰੇ ਨਾਲ ਆਪਣਾ ਮੱਥਾ ਟਕਰਾ ਰਿਹਾ ਸੀ। 2 ਪੁਲਿਸ ਵਾਲਿਆਂ ਨੇ ਉਸ ਨੂੰ ਕਾਬੂ ਕੀਤਾ। ਧੰਨਵਾਦ ਜੀ। ਬਾਕੀ ਫਿਰ